अस्सलाम वालेकुम नाज़रीन, चाचा भतीजे शो ਦੇ ਇੱਕ ਨਵੇਂ ਐਪੀਸੋਡ ਦੇ ਨਾਲ ਮੈਂ ਤੁਹਾਡੀ ਖਿਦਮਤ 'ਚ ਇਮਰਾਨ ਮਲਿਕ ਤੇ ਮੇਰੇ ਨਾਲ ਨੇ ਤੇ ਮੈਂ ਤੁਹਾਡਾ ਚਾਚਾ, ਤੁਹਾਡਾ ਆਪਣਾ, ਤੁਹਾਡਾ ਸਖਾ ਚਾਚਾ ਜਨਾਬ। ਸਾਰੇ ਰਾਜ਼ੀ ਬਾਜ਼ੀ ਹੋ, ਠੀਕ ਠਾਕ ਹੋ? ਹਾਂਜੀ ਇਮਰਾਨ ਸਾਹਿਬ, ਕੀ ਹਾਲ ਚਾਲ ਨੇ? ਚਾਚਾ ਜੀ ਹੁਣੇ ਥੋੜੀ ਦੇਰ ਪਹਿਲੇ ਇੱਕ ਰਿਕਾਰਡਡ ਆਵਾਜ਼ ਸੁਣ ਰਹੀ ਸੀ। ਅੱਛਾ, ਉਹ ਇੱਕ ਨਵਾਂ ਕੱਟਾ ਖੁੱਲ ਗਿਆ। ਇਹ ਕੱਟੇ ਕਿਸੇ ਨੇ ਲੈ ਕੇ ਨਾ ਵਾਵਾ ਚਾਚਾ ਲੱਗਦਾ ਹੈ 500 ਹਾਂ ਤੇ ਉਹ ਛੱਡਤੇ ਨੇ ਕਦੀ ਇੱਕ ਖੋਲਦਾ, ਕਦੀ ਦੂਜਾ ਖੋਲਦਾ, ਕਦੀ ਇੱਧਰੋਂ ਖੋਲਦਾ, ਕਦੀ ਉੱਧਰੋਂ। ਚਾਚਾ ਪੀਟੀਆਈ ਦੀ ਬੜੀ ਪੁਰਾਣੀ ਕਾਰਕੁਨ ਹੈ। ਹਾਂਜੀ ਹਾਂਜੀ ਨਾਲੇ ਐਮਪੀਏ ਹਾਂਜੀ ਮਿਸ ਉਜ਼ਮਾ ਕਾਰਦਾਰ ਦੀ ਇੱਕ ਕਾਲ ਸੀ, ਫੋਨ ਕਾਲ, ਉਹ ਰਿਕਾਰਡ ਹੋਈ ਹੈ ਤੇ ਬਾਹਰ ਆ ਗਈ ਹੈ। ਤੇ ਉਹਦੇ 'ਚ ਉਹਨਾਂ ਨੇ ਬੁਸ਼ਰਾ ਬੀਬੀ, ਇਮਰਾਨ ਖਾਨ ਦੀ ਮਿਸਿਸ ਨੇ, ਉਹਨਾਂ ਨੇ ਖਤੂਨ ਅਵਲ ਸਾਡੀ ਉਹਨਾਂ ਦੇ ਮੁਤਲਕ ਕੁਛ ਕਿਹਾ ਹੈ ਕਿ ਜੀ ਉਹਨਾਂ ਕੋਲ ਮੁੱਕਲ ਹੈ। ਅੱਛਾ ਹਾਂ, ਇਹ ਉਜ਼ਮਾ ਕਾਰਦਾਰ ਸਾਹਿਬਾ ਨੇ ਕਿਹਾ, ਉਜ਼ਮਾ ਕਾਰਦਾਰ ਸਾਹਿਬਾ ਨੇ, ਜਿਨ੍ਹਾਂ ਦਾ ਆਪਣਾ ਕਿਰਦਾਰ ਸਾਹਿਬਾ ਜਿਹੜਾ ਕੋਈ ਏਡਾ ਅੱਛਾ ਨਹੀਂ, ਜਿਹੜਾ ਇਹੋ ਜਿਹੀਆਂ ਗੱਲਾਂ ਕਰਦਾ ਵੀ ਉਹਦੇ ਕਿਰਦਾਰ ਤੇ ਸ਼ੱਕ ਹੋ ਸਕਦਾ। ਦੇਖੋ ਜੀ ਗੱਲ ਇਹ ਵੇ, ਮੈਂ ਇਹ ਮੁੱਕਲਾਂ ਵਾਲੀ ਗੱਲ ਤੇ ਇਹ ਆਖਾਂਗਾ ਕਿ ਮੈਂ ਵੀ ਸੁਣੀ ਹੈ ਕਾਲ ਉਹਨਾਂ ਦੀ। ਉਹ ਕਹਿੰਦੇ ਵੀ ਉਹ ਖਾਨ ਸਾਹਿਬ ਜਦੋਂ ਘਰ ਪਹੁੰਚਦੇ ਨੇ, ਉਹਦੀ ਚਾਲ ਡਾਲ ਤੋਂ ਸਮਝ ਜਾਂਦੀ ਕਿ ਖਾਨ ਸਾਹਿਬ ਨੂੰ ਕੀ ਪਰੇਸ਼ਾਨੀਆਂ ਨੇ, ਲੱਗਦਾ ਉਹਨਾਂ ਕੋਲ ਕੋਈ ਮੁੱਕਲ ਨਹੀਂ। ਬੀਬੀ ਉਜ਼ਮਾ ਗੱਲ ਇਹ ਹੈ ਵੀ ਜਿਹੜੀ ਹੁੰਦੀ ਹੈ ਨਾ ਔਰਤ ਆਪਣੇ ਖਾਮਨ ਦੀ ਸਿੰਸੀਅਰ, ਉਹ ਖਾਮਨ ਦੀ ਚਾਲ ਢਾਲ ਤੋਂ ਸਮਝ ਜਾਂਦੀ ਹੈ ਕਿ ਉਹਨੂੰ ਕੀ ਮਸਲਾ ਹੈ, ਉਹਨੂੰ ਕਿਹੜੇ ਪ੍ਰੋਬਲਮ ਨੇ, ਉਹ ਸਹੀ ਹੈ, ਖੁਸ਼ ਹੈ, ਉਦਾਸ ਹੈ, ਪਰੇਸ਼ਾਨ ਹੈ। ਕਿ ਜਿਹੜੀ ਔਰਤ ਇਹ ਸਮਝ ਨਹੀਂ ਸਕਦੀ ਉਹ ਫਿਰ ਬੀਵੀ ਤਰ੍ਹਾਂ ਨਾ ਹੋਈ। ਬਿਲਕੁਲ। ਆ ਤੇਰੀ ਚਾਚੀ ਅਮਾਨ ਨਾਲ ਮੈਂ ਘਰ ਜਾਣਾ ਨਾ ਤੇ ਮੇਰੀਆਂ ਅੱਖਾਂ ਤੋਂ ਸਮਝ ਲੈਂਦੀ ਕਿ ਅੱਜ ਮੈਂ ਕਿਹੜੀਆਂ ਹਰਕਤਾਂ ਕਰਕੇ ਆਇਆ। ਚਾਚੀ ਮੈਂ ਤੇ ਛੋਟੇ ਹੁੰਦੇ ਦੇਖਦੇ ਹੁੰਦੇ ਸੀ ਚਾਚੀ ਤੁਹਾਨੂੰ ਬੜਾ ਝਿੜਕਦਾ ਹੁੰਦੀ ਸੀ। ਲੈ ਝਿੜਕਦੀ, ਉਹ ਤੇ ਬਾਥਰੂਮ ਮੈਨੂੰ ਫੜਦੀ ਐਸੀ ਜਗ੍ਹਾ ਤੁਸੀਂ ਕਿ ਮੈਨੂੰ 2-2 ਦਿਨ ਦਰਦ ਨਹੀਂ ਸੀ ਜਾਂਦੀ। ਅੱਛਾ। ਅੱਜ ਧੌਣੋਂ ਮੈਨੂੰ ਫੜ ਲੈਣਾ ਉਹਨਾਂ ਨੇ ਤੇ ਮੈਂ ਕਹਿੰਦਾ ਉਹਨੇ ਇਹੋ ਜਿਹਾ ਹਿਲਾਉਣਾ, ਉਤੋਂ ਹੱਥ ਉਹਦੇ ਐਂ ਜਿਵੇਂ ਕੋਈ ਵੱਡ ਕਸਾਈ ਹੁੰਦੀ। ਅੱਛਾ ਅੱਛਾ। ਉਹ ਹੋਇਆ ਏਡਾ ਏਡਾ ਹੱਥ ਉਹਦਾ। ਅੱਛਾ। ਹਾਂ, ਇਹ ਮੇਰਾ ਤਾਂ ਹੱਥ ਹੋ ਗਿਆ, ਹੁਣ ਮੈਂ ਕੀ ਕਰਾਂ? ਹਾਂ, ਹੁਣ ਕੁਝ ਨਹੀਂ ਹੋ ਸਕਦਾ। ਉਹ ਇਹ ਗੱਲ ਸੁਣਨ ਵਾਲੇ ਵੀ ਉਹਦੇ ਕੋਲ ਨਾ ਕਿਤੇ ਮੁਅੱਕਲ ਹੋਣ, ਇਹ ਕੱਟਦਾ ਹੀ ਗੱਲਾਂ। ਅੱਛਾ ਅੱਛਾ ਜੀ। ਦੂਜੀ ਉਹਨਾਂ ਨੇ ਗੱਲ ਕੀਤੀ ਸੀ ਮਹਿਰ ਤਾਰੜ ਜਿਹੜੀ ਹੈ ਜੀ ਜੀ, ਉਹ ਨਵੀਂ ਮੀਡੀਆ ਐਡਵਾਈਜ਼ਰ ਬਣਾਈ ਹੈ ਪੰਜਾਬ ਗਵਰਨਮੈਂਟ ਦੀ, ਤੇ ਉਹਦਾ ਵੀ ਬੜਾ ਰੋਲ ਹੈ। ਉਹ ਬਾਈਪਾਸ ਕਰ ਰਹੀ ਹੈ ਤੇ ਉਹ ਖਾਨ ਸਾਹਿਬ ਦੇ ਨਜ਼ਦੀਕ ਹੈ ਤੇ ਬਾਕੀ ਜਿਹੜੇ ਪੁਰਾਣੇ ਲੋਕ ਨੇ ਉਹ ਦੂਰ ਹੋਈ ਜਾ ਰਹੇ ਨੇ। ਦੇਖੋ ਇਹ ਗੱਲ ਹੈ ਅੰਗੂਰ ਖੱਟੇ ਵਾਲੀ। ਜਦੋਂ ਤੁਹਾਡੀ ਪਹੁੰਚ ਨਹੀਂ ਹੁੰਦੀ, ਤੁਹਾਡੀ ਆਪਣੀ ਜਿਹੜੀ ਕਾਬਲੀਅਤ ਹੈ ਉਹ ਇੰਨੀ ਨਹੀਂ ਕਿ ਤੁਸੀਂ ਆਪਣੇ ਲੀਡਰਾਂ ਦੇ ਨਾਲ ਉਹਨਾਂ ਦੀ ਸਫਾਂ 'ਚ ਬਹਿ ਸਕੋ, ਤੇ ਫਿਰ ਤੁਸੀਂ ਇਹੋ ਹੀ ਗੱਲਾਂ ਕਰਨੀਆਂ। ਵੀ ਜਦੋਂ ਇਹ ਦਰਅਸਲ ਨਾ ਪੀਟੀਆਈ ਦੀ ਸਫਾਂ ਦੇ ਵਿੱਚ ਗੱਦਾਰ ਮੌਜੂਦ ਨੇ। ਅੱਛਾ। ਜਿਵੇਂ ਉਹ ਜਿਹੜਾ ਅਰਤਗਲ ਡਰਾਮੇ ਦੇ ਵਿੱਚ ਕੁਰਦੋਗਲੋ ਸੀ, ਉਹ ਰਹਿੰਦਾ ਸਰਦਾਰ ਦੇ ਨਾਲ ਨਾਲ ਸੀ ਤੇ ਵਿੱਚੋਂ ਹੁਣ ਜੜਾ ਵੀ ਵੱਢੀ ਜਾਂਦਾ ਸੀ। ਤੇ ਇਹੋ ਜਿਹੇ ਲੋਕ ਜਿੰਨੀ ਦੇਰ ਤੱਕ ਪੀਟੀਆਈ ਦੀ ਸਫਾ 'ਚ ਮੌਜੂਦ ਨੇ, ਜਾਂ ਕਿਸੇ ਵੀ ਜਮਾਤ ਦੀ ਸਫਾ 'ਚ ਇਹੋ ਜਿਹੇ ਲੋਕ ਜਦੋਂ ਹੁੰਦੇ ਨੇ ਨਾ ਉਹ ਜਮਾਤ ਕਾਮਯਾਬ ਹੋ ਸਕਦੀ ਹੈ, ਨਾ ਤਹਿਰੀਕ ਕਾਮਯਾਬ ਹੋ ਸਕਦੀ। ਲੇਕਿਨ ਜਿਹੜੇ ਪੁਰਾਣੇ ਲੋਕ ਸਨ ਪੀਟੀਆਈ ਦੀ, ਜਿਹੜੀ ਅਸਲ ਪੀਟੀਆਈ ਸੀ, ਜੀ ਜੀ, ਮੀਡੀਆ ਹੈਂਡਲਿੰਗ ਕਰਦੇ ਸਨ, ਜੀ ਜੀ, ਉਹਨਾਂ 'ਚ ਨਲੀਬ ਅਬਾਸ ਮੈਡਮ, ਹਾਂ, ਉਹ ਜਿਹੜੇ ਉਹ ਸੁੱਕੇ ਜਾਏ ਜਿਹੜੇ ਜਿਨ੍ਹਾਂ ਕੋਲ ਬਹੁਤੀ ਫੂਕ ਨਹੀਂ ਮਾਰਨੀ ਕਿਤੇ ਉੱਡ ਟੰਜਾ। ਹਾਂਜੀ। ਤੇ ਨਾਲ ਇੱਕ ਉਮਰ ਸਰਫਰਾਜ਼ ਚੀਮਾ, ਹਾਂ ਉਮਰ ਚੀਮਾ ਸਾਹਿਬ ਨਜ਼ਰ ਨਹੀਂ ਆ ਰਹੇ। ਉਹ ਹੋਰੇ ਮੁਅੱਕਲਾਂ ਨੇ ਗਾਇਬ ਕਰਤੇ ਉਹਨਾਂ ਨੂੰ। ਹਾਂ, ਇਹ ਵੀ ਹੋ ਸਕਦਾ। ਟੈਨਸ਼ਨ ਪਾਤੀ ਉਜ਼ਮਾ ਕਾਰਦਾਰ ਨੇ। ਜੀ ਉਹ ਪੀਟੀਆਈ ਦਾ ਹੈਗਾ ਮੀਡੀਆ ਦਾ ਬੰਦਾ ਉਸਮਾਨ ਬਸਰਾ। ਹਾਂਜੀ ਹਾਂਜੀ ਹਾਂਜੀ। ਉਹ ਸ਼ਫਾਤ ਅਲੀ ਨਹੀਂ? ਜੀ ਜੀ ਜੀ। ਕਦੀ ਉਹ ਜਿਹੜੇ ਨਕਲਾਂ ਨੁਕਲਾਂ ਲਾਉਂਦੇ ਨੇ ਜੀ, ਉਹਨਾਂ ਦੀ ਬੜੀ ਬਹਿਸ ਮੀਡੀਆ 'ਚ ਚੱਲ ਰਹੀ। ਮੈਂ ਉਹ ਤੇ ਵੀ ਜ਼ਰਾ ਆਪਣਾ ਉਹਨਾਂ ਨੇ ਸੁਣਿਆ ਵੀ ਉਹ ਬੜੀ ਉਹਨਾਂ ਦੀ ਗਲਤ ਜਿਹੀਆਂ ਗੱਲਾਂ ਕਰਕੇ ਤਰਕੀਬ ਉਹਨਾਂ ਨੇ ਕਿਹਾ ਜੀ ਸ਼ਫਾਤ ਅਲੀ ਜਿਹੜਾ ਹੈਗਾ ਨਾ ਉਸਮਾਨ ਬਸਰੇ ਨੇ, ਹਾਂਜੀ, ਕਿ ਜੀ ਮਰਾਸੀ ਸਿਰਫ ਮਰਾਸੀ ਹੁੰਦਾ। ਓਏ ਹੋਏ, ਦੇਖੋ ਇਹ ਹੁੰਦੀ ਪਰਸਨਲ ਤਨਕੀਦ, ਇਹ ਨਹੀਂ ਕਰਨੀ ਚਾਹੀਦੀ। ਹੁਣ ਅਸੀਂ ਦਿਹਾੜੀ 'ਚ ਕਿੰਨੀਆਂ ਨਕਲਾਂ ਲਾਉਂਦੇ ਹਾਂ, ਇਹਦਾ ਮਤਲਬ ਅਸੀਂ ਵੀ ਮਰਾਸੀ ਹੈ? ਇਹ ਸੋਚਣਾ ਪਏਗਾ, ਇਹ ਸੋਚਣਾ ਪਏਗਾ। ਅੱਛਾ, ਮਰਾਸੀ ਫੜਨ ਦਾ ਇੱਕ ਆਮ ਬੜਾ ਜਿਹਾ ਆਸਾਨ ਤਰੀਕਾ ਹੈ। ਅੱਛਾ। ਕਰੇਲੇ ਗੋਸ਼ਤ ਪਕਾ ਕੇ ਉਹਦੇ ਸਾਹਮਣੇ ਰੱਖੋ। ਅੱਛਾ। ਜੇ ਉਹਦੇ ਮੂੰਹ 'ਚੋਂ ਪਾਣੀ ਵਗਣ ਲੱਗ ਪਏ, ਫੜ ਲਓ ਪਈ ਮਰਾਸੀ। ਅੱਛਾ। ਜਾਂ ਉਹਦੇ ਕੋਲ ਨਾ ਹਲਕੀ ਜਿਹੀ ਬਸੂਰੀ ਢੋਲਕੀ ਵਜਾਓ। ਅੱਛਾ। ਇਨਸ਼ਾਅੱਲਾ ਉਹ ਫੜਿਆ ਜਾਏਗਾ ਜੇ ਮਰਾਸੀ। ਇਹਦਾ ਮਤਲਬ ਸ਼ਫਾਤ ਅਲੀ ਦੇ ਸਾਹਮਣੇ ਫਿਰ ਇਹ ਦੋਨੋਂ ਕੰਮ ਇਹ ਦੋਵੇਂ ਕੰਮ ਕਰੋ, ਇਨਸ਼ਾਅੱਲਾ ਹੁਣੀ ਪਤਾ ਲੱਗ ਜਾਏਗਾ ਮਰਾਸੀ ਹੈ ਕਿ ਨਹੀਂ। ਅੱਛਾ ਅੱਛਾ। ਚਾਚਾ ਜੀ ਹੁਣ ਥੋੜੀ ਜਰਾ ਸੀਰੀਅਸ ਗੱਲ ਕਰ ਲਈਏ। ਕੀ ਹੁਣ ਮੈਂ ਬਲੇਡ ਮਾਰ ਲਾਂ ਆਪਣੇ? ਸੀਰੀਅਸ ਕੀ? ਚਾਚਾ ਜੀ ਉਹ ਲਾਹੌਰ ਨੂੰ ਸਖਤੀ ਨਾਲ ਲਾਕਡਾਊਨ ਕੀਤਾ ਜਾ ਰਿਹਾ ਹੈ। ਕਰੋਨਾ ਜਿਹੜਾ ਨਾ, ਤੈਨੂੰ ਪਤਾ ਲਾਹੌਰ ਵੱਡਾ ਹੋ ਗਿਆ, ਕਿੱਥੋਂ ਕਿੱਥੋਂ ਤੱਕ ਤੇ ਲਾਹੌਰ ਪਹੁੰਚ ਗਿਆ, ਤੇ ਉਹ ਇਹਨਾਂ ਦੇ ਕਾਬੂ ਹੀ ਨਹੀਂ ਆਉਣ ਡਿਆ ਲਾਹੌਰ ਹੈ। ਬਿਲਕੁਲ। ਤੇ ਇਸ ਵਾਸਤੇ ਸਖਤੀ ਨਾਲ ਜਿਹੜੇ ਇਲਾਕੇ ਨੇ ਉਹ ਤੇਰੇ ਕੋਲ ਲਿਸਟ ਲੁਸਟ ਆਈ ਕੋਈ? ਚਾਚਾ ਜੀ ਤਕਰੀਬਨ ਲਾਹੌਰ ਦੇ ਮੇਨ ਇਲਾਕੇ ਨੇ, ਡਿਫੈਂਸ ਹੈ, ਵਾਬੜਾ ਟਾਊਨ ਹੈ, ਜੋਹਰ ਟਾਊਨ ਹੈ, ਅਸਕਰੀ 9, ਅਸਕਰੀ 10, ਹਰਬੰਸਪੁਰਾ ਦਾ ਇਲਾਕਾ, ਫਿਰ ਲਾਹੌਰ ਕੈਂਟ ਦੇ ਇਲਾਕੇ ਨੇ, ਫਿਰ ਸ਼ਾਹਦਰਾ ਹੈ, ਫਿਰ ਸ਼ਾਦਬਾਗ ਹੈ। ਮਤਲਬ ਤਕਰੀਬਨ ਸਾਰੇ ਲਾਹੌਰ ਦੇ ਥੋੜਾ ਇਲਾਕੇ ਜਿਹੜੇ ਟਾਊਨ ਦੇ ਬਲਾਕ ਨੇ ਜਿੱਥੇ ਚਾਚੀ ਜੀ ਕੇਸਿਸ ਬਹੁਤ ਜ਼ਿਆਦਾ ਵਧੇ ਨੇ ਕੁਝ ਦਿਨਾਂ 'ਚ, ਤੇ ਉਹਨਾਂ ਨੇ ਕਿਹਾ ਇਹਨਾਂ ਏਰੀਆ ਸਖਤ ਲਾਕਡਾਊਨ।
ਲੇਕਿਨ ਮੇਰੀ ਰਿਕੁਐਸਟ ਹੋਏਗੀ ਕਿ ਬਜਾਏ ਤੁਸੀਂ ਇਹਨਾਂ ਏਰੀਆ ਮਖਸੂਸ ਏਰੀਆ ਨੂੰ ਤੁਸੀਂ ਸਖਤ ਲਾਕਡਾਊਨ ਕਰਨਾ, ਤੁਸੀਂ ਲਾਹੌਰ ਨੂੰ ਇੱਕ ਦਫਾ ਇੱਕ ਹਫ਼ਤੇ ਵਾਸਤੇ ਸਖਤ ਲਾਕਡਾਊਨ ਕਰ ਦਿਓ। ਦੇਖੋ ਨਾ ਜੀ, ਇਹ ਤੇ ਉਹ ਕੇਸ ਨੇ ਜਿਹੜੇ ਕਿ ਰਜਿਸਟਰ ਹੋਏ ਨੇ ਤੇ ਜਿਹੜੇ ਆਲੇ ਦੁਆਲੇ ਫਿਰ ਰਹੇ ਨੇ ਲੋਕ ਵਾਇਰਸ ਲੈ ਕੇ, ਉਹ ਤੇ ਸਾਨੂੰ ਪਤਾ ਹੀ ਨਹੀਂ ਹੈ ਤੇ ਇਸ ਵਾਸਤੇ ਸਾਨੂੰ ਇਹ ਸਾਰਾ ਲਾਹੌਰ ਇੱਕ ਵਾਰੀ ਬੰਦ ਕਰਨਾ ਪੈਣਾ ਹੈ। ਤੇ ਚਾਚਾ ਜੀ, ਇਹ ਜਦੋਂ ਸਾਨੂੰ ਬੰਦ ਕਰਨਾ ਪੈਣਾ ਹੈ ਤੇ ਹੋ ਸਕਦਾ ਅਸੀਂ ਪ੍ਰੋਗਰਾਮ ਫਿਰ ਅਗਲਾ ਇਨਸ਼ਾਅੱਲਾ ਜ਼ੂਮ ਤੇ ਕਰੀਏ। ਚਲੋ ਫਿਰ ਜੋ ਫਿਰ ਹੋਏਗਾ ਹਾਲਾਤ ਦੇ ਨਾਲ ਹੀ ਹੈ ਨਾ। ਹੁਣ ਅੱਜ ਕੱਲ੍ਹ ਬੱਚੇ ਘਰੋਂ ਬਹਿ ਕੇ ਕਲਾਸਾਂ ਪੜ੍ਹ ਰਹੇ ਨੇ, ਬਿਲਕੁਲ ਹੈ ਤੇ ਇਹ ਉਹ ਮੇਰਾ ਭਤੀਜਾ ਹੀ ਉਹ ਇਧਰੋਂ ਕਲਾਸ ਆਨ ਕੀਤੀ ਹੁੰਦੀ ਤੇ ਆਪ ਸੁੱਤਾ ਹੁੰਦਾ। ਅੱਛਾ, ਹਾਂ, ਅੱਛਾ ਤੇ ਉੱਠ ਕੇ ਫਿਰ ਅੱਖਾਂ ਮੁੱਖਾਂ ਮਲ ਕੇ ਤੇ ਬਾਅਦ ਚ ਫਿਰ ਗਾਣੇ ਗੁਣੇ ਲਾ ਲੈਂਦਾ ਉੱਤੇ। ਅੱਛਾ ਤੇ ਇਹੋ ਜਿਹੇ ਕੰਮ ਹੋਣ। ਇੱਕ ਬੜੀ ਪਾਕਿਸਤਾਨ ਦੀ ਲੈਜੈਂਡਰੀ ਅਦਾਕਾਰਾ ਸਬੀਹਾ ਖਾਨਮ ਸਾਹਿਬਾ, ਉਹਨਾਂ ਦਾ ਇੰਤਕਾਲ ਹੋ ਗਿਆ। ਅਮਰੀਕਾ ਚ ਇੰਤਕਾਲ ਹੋਇਆ ਉਹਨਾਂ ਦਾ। ਜਦੋਂ ਜਵਾਨੀ ਚ ਉਹਨਾਂ ਦੀ, ਮੈਂ ਕਹਿੰਦਾ ਮੈਂ ਬੜਾ ਉਹਨਾਂ ਦਾ ਫੈਨ ਸਾਂ, ਫੈਨ ਹੀ ਆਖੀਦਾ ਨਾ, ਫੈਨ ਸਾਂ ਮੈਂ ਉਹਨਾਂ ਦਾ, ਬੜਾ ਮਦਾਹ ਸਾਂ ਮੈਂ। ਔਰ ਕਿਆ ਉਹਨਾਂ ਨੇ ਪਹਿਲੀ ਹੀਰੋਇਨ ਪਾਕਿਸਤਾਨ ਦੀ ਜਿਹਨੇ ਕਿ ਯਾਨੀ ਇਹ ਕਾਮਯਾਬੀਆਂ ਦੇ ਰਿਕਾਰਡ ਕਾਇਮ ਕੀਤੇ, ਉਹਨਾਂ ਦੀ ਪਹਿਲੀ ਪਾਕਿਸਤਾਨ ਦੀ ਫਿਲਮ ਜਿਹੜੀ ਨੇ ਸਿਲਵਰ ਜੁਬਲੀ ਕੀਤੀ, ਜਿਹਨੇ ਗੋਲਡਨ ਜੁਬਲੀ ਕੀਤੀ। ਅੱਛਾ, ਪਹਿਲੀ ਉਹ ਸਬੀਹਾ ਬੜੀ ਅੱਛੀ ਸੰਤੋਸ਼ ਕੁਮਾਰ ਦੀ। ਉਹ ਬਾਅਦ ਚ ਜਦੋਂ ਫਿਲਮਾਂ ਹੁੰਦੀਆਂ ਗਈਆਂ ਤੇ ਬਾਅਦ ਚ ਉਹਨਾਂ ਨੂੰ ਪਿਆਰ ਹੋ ਗਿਆ। ਉਹਨਾਂ ਦਾ ਇੱਕ ਇੰਟਰਵਿਊ ਮੈਂ ਪੜ੍ਹਿਆ ਸੀ ਤੇ ਮੈਨੂੰ ਪਿਆਰ ਹੋ ਗਿਆ ਸੰਤੋਸ਼ ਕੁਮਾਰ ਦੇ ਨਾਲ, ਜਦ ਕਿ ਸੰਤੋਸ਼ ਕੁਮਾਰ ਪਹਿਲੋਂ ਹੀ ਸ਼ਾਦੀशुदा ਸੀ। ਅੱਛਾ, ਹਾਂਜੀ, ਤੇ ਸਬੀਹਾ ਦੇ ਵਾਲਿਦ ਨਹੀਂ ਸੀ ਚਾਹੁੰਦੇ ਵੀ ਇਹ ਵਿਆਹ ਹੋਵੇ, ਲੇਕਿਨ ਉਹਦੇ ਪਿਆਰ ਵੱਲ ਵੇਖ ਕੇ ਫਿਰ ਉਹਨਾਂ ਨੇ ਹਾਰ। ਤੁਸੀਂ ਇਹਨਾਂ ਦੀਆਂ ਸਾਰੀਆਂ ਫਿਲਮਾਂ ਦੇਖੀਆਂ? ਮੈਂ ਇਹਨਾਂ ਦੀਆਂ ਮਤਲਬ ਕਿ ਬੇਸ਼ੁਮਾਰ ਫਿਲਮਾਂ ਸਨ। ਹੁਣ ਮੈਨੂੰ ਨਾਂ ਘੱਟ ਵੱਧ ਯਾਦ ਨੇ, ਮਸਲਨ ਵਾਦਾ, ਸ਼ੇਖ ਚਿੱਲੀ, ਆਸ-ਪਾਸ, ਦੁੱਲਾ ਭੱਟੀ, ਦੋ ਆਂਸੂ, ਇਸ਼ਕੇ ਲੈਲਾ। ਉਹ ਇਸ਼ਕੇ ਲੈਲਾ ਦਾ ਜਿਹੜਾ ਗਾਣਾ ਬੜਾ ਮਸ਼ਹੂਰ ਸੀ, ਕਿਹੜਾ ਜੈਸੇ ਜੀ? ਸਿਤਾਰੋ ਤੁਮ ਤੋ ਸੋ ਜਾਓ ਪਰੇਸ਼ਾਨ ਰਾਤ ਸਾਰੀ ਹੈ। ਬੜੇ ਅਲੱਗ ਗਾਣੇ ਉਹਨਾਂ ਤੇ ਹੋਏ। ਉਹ ਇੱਕ ਜਿਹੜਾ ਗਾਣਾ ਉਹ ਇੱਕ ਸੀ, ਪਤਾ ਨਹੀਂ ਸਵਾਲ ਫਿਲਮ ਸੀ ਕਿ ਗੁਮਨਾਮ ਫਿਲਮ ਸੀ, ਉਹਦੇ ਚ ਲੱਟ ਉਲਝੀ ਸੁਲਝਾ ਜਾ ਰੇ ਬਾਲਮ ਮੈਂ ਨਾ ਲਗਾਉਂਗੀ ਹੱਥ ਰੇ ਲੱਟ ਉਲਝੀ। ਇਹ ਤੇ ਮੁਹਾਵਰਾ ਬਣ ਗਿਆ ਸੀ ਵੀ ਲੱਟ ਉਲਝੀ ਸੁਲਝਾ ਜਾ ਰੇ ਬਾਲਮ। ਅੱਛਾ, ਪਰ ਉਹਦੇ ਵਿੱਚ ਕਿਆ ਸੋਹਣੀਆਂ ਲੱਗੀਆਂ ਨੇ ਇਹ ਸਬੀਹਾ ਖਾਨਮ ਸਾਹਿਬਾ। ਮੈਂ ਹੁਸਨ ਦੀ ਪਰੀ। ਅੱਛਾ, ਪਾਕਿਸਤਾਨ 'ਚ ਇਹੋ ਹੀਰੋਇਨਾਂ ਬਹੁਤ ਆਈਆਂ ਨੇ, ਲੇਕਿਨ ਏਡੀ ਪਹਿਲੀ ਦੌਰ ਦੀ ਇੱਕ ਗੱਲ ਇਹ ਆ ਇਮਰਾਨ ਪੁੱਤਰ, ਵੀ ਹੀਰੋਇਨ ਜਿਹੜੀ ਹੁੰਦੀ ਸੀ ਨਾ, ਉਹਨੂੰ ਵੇਖ ਕੇ ਤੇ ਤੁਸੀਂ ਇੱਕ ਆਈਡਲ ਕਰ ਲੈਂਦੇ ਸੀ ਵੀ ਇਹੋ ਜਿਹੀ ਘਰ ਵਾਲੀ ਹੋਣੀ ਚਾਹੀਦੀ ਹੈ। ਅੱਛਾ, ਉਹਦੇ ਵਿੱਚ ਇਹੋ ਜਿਹੀਆਂ ਆਦਾਤ, ਇਹੋ ਜਿਹੀਆਂ ਮਸ਼ਰਕੀ ਗੱਲਾਂ ਉਹਦੇ 'ਚ ਹੁੰਦੀਆਂ ਸਨ। ਉਹਦੇ 'ਚ ਜਿਹੜੇ ਉਹ ਤੇ ਸਾਰੀਆਂ ਸਕਰੀਨ ਤੇ ਹੁੰਦੀਆਂ ਹੋਣੀਆਂ, ਪਰ ਸਕਰੀਨ ਸਾਬਤ ਕਰਨ ਵਾਲੇ ਨੂੰ 100 ਰੁਪਇਆ ਇਨਾਮ ਵੀ ਦਿੱਤਾ ਜਾਂਦਾ। ਸਕਰੀਨ ਤੁਸੀਂ ਜੋ ਚਾਚੀ ਨੂੰ ਚੁਣਿਆ ਸੀ, ਤੁਸੀਂ ਵੀ ਇਹ ਸਾਰੀਆਂ? ਨਹੀਂ, ਮੈਂ ਨਹੀਂ ਚੁਣਿਆ, ਮੈਂ ਤੈਨੂੰ ਪਹਿਲੀ ਰਾਤ 'ਚ ਘੁੰਡ ਚੁੱਕਿਆ। ਅੱਛਾ, ਮੈਂ ਕਿਹਾ ਵੀ ਲਓ ਵੀ ਕੰਮ ਹੋ ਗਿਆ। ਇਹ ਮੇਰੇ ਅੱਬਾ ਜੀ ਨੇ ਜਾ ਕੇ ਰਿਸ਼ਤਾ ਕੀਤਾ, ਮੈਂ ਤੇ ਅਚਾਨਕ ਹੀ ਵੇਖਿਆ। ਗਰੀਬ ਬੰਦੇ, ਤੈਨੂੰ ਪਤਾ ਪਹਿਲੋਂ ਬੁੱਢੀ ਵੇਚਦੇ ਨਹੀਂ, ਸਾਡੇ ਦੌਰ 'ਚ ਤਾਂ ਬਿਲਕੁਲ ਨਹੀਂ ਸੀ ਵੇਚਦੇ। ਘੁੰਡ ਚੁੱਕ ਕੇ ਪਤਾ ਲੱਗਦਾ ਸੀ ਵੀ ਦੀਵੇ ਨੂੰ ਫੂਕ ਪਿਆਰ ਨਾਲ ਮਾਰਨੀ ਕਿ ਜ਼ੋਰ ਦੀ ਮਾਰਨੀ ਗੁੱਸੇ ਨਾਲ। ਹਾਂਜੀ, ਚਲੋ ਜੀ, ਅੱਜ ਚਾਚਾ ਭਤੀਜੇ ਸ਼ੋਅ ਤੋਂ ਇੰਨਾ ਕੁਝ ਹੀ। ਇਨਸ਼ਾਅੱਲਾ ਤੁਹਾਡੇ ਨਾਲ ਫਿਰ ਦੁਬਾਰਾ ਮੁਲਾਕਾਤ ਹੋਏਗੀ। ਆਪਣਾ ਤੇ ਆਪਣੇ ਵੱਡਿਆਂ ਦਾ ਤੇ ਬੱਚਿਆਂ ਦਾ ਬਹੁਤ ਖਿਆਲ ਰੱਖੋ। ਬਹੁਤ ਜਿਹੜਾ ਵਾਇਰਸ ਹੈ ਨਾ ਇੱਧਰ ਉੱਧਰ ਫਿਰਨ ਡਿਆ। ਹਾਫਿਜ਼, ਅੱਲਾ ਹਾਫਿਜ਼।